ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਨਵਨੀਤ ਸਿੰਘ ਗਿੱਲ, ਔਸਕੈਨ ਇਮੀਗ੍ਰੇਸ਼ਨ ਇੰਡੀਆ ਆਫਿਸ ਤੋਂ। ਆਈ ਹੋਪ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਸੇਫ ਹੋ ਅਤੇ ਹੈਲਦੀ ਹੋ। ਅਤੇ ਅੱਜ ਜਿਹੜੀ ਮੈਂ ਵੀਡੀਓ ਲੈ ਕੇ ਆਇਆ ਹਾਂ ਤੁਹਾਡੇ ਲਈ, ਉਹ ਬੇਸਿਕਲੀ ਹੈਗੀ ਸਟੂਡੈਂਟਸ ਲਈ ਕਿ ਹਾਊ ਦੇ ਕੈਨ ਅਵੋਇਡ ਦ ਸਟੱਡੀ ਵੀਜ਼ਾ ਰਿਫਿਊਜ਼ਲਸ। ਜੇ ਉਹਨਾਂ ਨੂੰ ਮਲਟੀਪਲ ਰਿਫਿਊਜ਼ਲਸ ਆਇਆ ਜਾਂ ਵਨ ਟਾਈਮ ਰਿਫਿਊਜ਼ਲ ਆਇਆ, ਕਿ ਉਹ ਕਿੱਦਾਂ ਅਵੋਇਡ ਹੋ ਸਕਦਾ ਵਾ। ਅਤੇ ਕਾਮਨ ਜਿਹੜੇ ਰੀਜ਼ਨਸ ਨੇ ਅਸੀਂ ਦੇਖਦੇ ਹਾਂ ਰਿਫਿਊਜ਼ਲ ਲੈਟਰਸ ਦੇ ਵਿੱਚ ਕਦੇ ਵੀ ਕਲੈਰਿਟੀ ਨਹੀਂ ਹੁੰਦੀ ਕਿ ਤੁਹਾਨੂੰ ਰਿਫਿਊਜ਼ਲ ਕਿਉਂ ਦਿੱਤਾ ਗਿਆ ਵਾ। ਅਤੇ ਉਹਦੇ ਲਈ ਫਿਰ ਵੀ ਅਪਲਾਈ ਦਾ 8 ਟਿਪਸ ਔਰ GCMS ਨੋਟਸ। ਅਤੇ ਉਹਦੇ ਵਿੱਚ ਜਿਹੜੇ ਕਾਮਨਲੀ ਰੀਜ਼ਨਸ ਸਾਨੂੰ ਹਾਈਲਾਈਟ ਹੁੰਦੇ ਨੇ ਜਿਹਦੇ ਕਰਕੇ ਕਿ ਸਟੱਡੀ ਵੀਜ਼ਾ 'ਚ ਰਿਫਿਊਜ਼ਲ ਆਉਂਦੀ ਹੈ, ਅੱਜ ਉਹ ਆਪਾਂ ਪੁਆਇੰਟ ਬਾਏ ਪੁਆਇੰਟ ਡਿਸਕਸ ਕਰਾਂਗੇ। ਸੋ ਜਿੰਨੇ ਵੀ ਸਟੂਡੈਂਟਸ ਨੇ ਜਿਨ੍ਹਾਂ ਨੇ ਐਪਲੀਕੇਸ਼ਨ ਆਪਣੀ ਲਗਾਉਣੀ ਹੈ, ਅਤੇ ਪਲੀਜ਼ ਐਂਡ ਤੱਕ ਇਹ ਵੀਡੀਓ ਨੂੰ ਦੇਖਿਓ ਤਾਂ ਕਿ ਤੁਸੀਂ ਕੋਈ ਵੀ ਪੁਆਇੰਟ ਆਪਣਾ ਜਿਹੜਾ ਮਿਸ ਨਾ ਕਰੋ, ਅਤੇ ਤਾਂ ਕਿ ਜਿਹੜਾ ਤੁਹਾਡਾ ਵੀਜ਼ਾ ਉਹ ਰਿਫਿਊਜ਼ ਨਾ ਹੋਵੇ ਅਤੇ ਫਸਟ ਟਾਈਮ ਤੁਹਾਨੂੰ ਵੀਜ਼ਾ ਜਿਹੜਾ ਗ੍ਰਾਂਟ ਹੋ ਜਾਵੇ। ਜਾਂ ਫਿਰ ਜੇ ਤੁਸੀਂ ਸੈਕਿੰਡ ਟਾਈਮ ਆਪਣਾ ਵੀਜ਼ਾ ਲਗਾ ਰਹੇ ਹੋ ਆਫਟਰ ਵਨ ਰਿਫਿਊਜ਼ਲ, ਤੁਸੀਂ ਉਹ ਜਿਹੜੀਆਂ ਪਿਛਲੀਆਂ ਮਿਸਟੇਕਸ ਆ ਫਿਰ ਤੋਂ ਨਾ ਕਰੋ। ਸੋ ਕਾਮਨ ਜਿਹੜੇ ਵੀਜ਼ਾ ਦੇ ਰਿਫਿਊਜ਼ਲ ਰੀਜ਼ਨਸ ਨੇ, ਠੀਕ ਹੈ, ਵੀਜ਼ਾ ਰਿਫਿਊਜ਼ਲ ਰੀਜ਼ਨਸ, ਉਹ ਅੱਜ ਆਪਾਂ ਡਿਸਕਸ ਕਰਨ ਲੱਗੇ ਹਾਂ। ਨੰਬਰ 1, ਬਹੁਤ ਵਾਰੀ ਕੀ ਹੁੰਦਾ ਵਾ ਕਿ ਅੱਜ ਕੱਲ੍ਹ ਆਪਣੇ ਪੰਜਾਬ ਦੇ ਵਿੱਚ, ਈਵਨ ਕਿ ਨਾਰਥ ਇੰਡੀਆ ਦੇ ਵਿੱਚ ਬੜਾ ਹੀ ਕਾਮਨ ਸਿਸਟਮ ਹੈ, ਦੈਟਸ ਕਾਲਡ ਦ ਪੈਕੇਜ ਸਿਸਟਮ। ਬਹੁਤ ਸਾਰੇ ਕੰਸਲਟੈਂਟਸ ਡੀਲ ਕਰਦੇ ਨੇ ਪੈਕੇਜਸ ਦੇ ਵਿੱਚ ਕੈਨੇਡਾ ਕੇ ਫੀਸ ਆਫਟਰ ਵੀਜ਼ਾ ਦੇ ਵਿੱਚ, ਠੀਕ ਹੈ। ਉਹ ਉਹਨਾਂ ਦਾ ਵੇ ਆਫ ਮਾਰਕੀਟਿੰਗ ਦਾ ਥਿੰਗਸ ਹੈ। ਅਤੇ ਉਹਦੇ ਵਿੱਚ ਹੁਣ ਕੀ ਪ੍ਰੋਬਲਮ ਆਉਂਦੀ ਹੈ ਕਿ ਬਹੁਤ ਵਾਰੀ ਫੇਕ ਲੈਟਰ ਆਫ ਐਕਸੈਪਟੈਂਸ ਜਿਹੜੀ ਹੈ ਉਹ ਲਗਾਈ ਜਾਂਦੀ ਹੈ। ਹੁਣ ਲੈਟਰ ਆਫ ਐਕਸੈਪਟੈਂਸ ਕੀ ਹੁੰਦੀ ਹੈ ਕਿ ਤੁਸੀਂ ਉਸ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਫੀ ਪੇ ਕੀਤੀ ਹੈ ਅਤੇ ਉਹ ਫੀਸ ਉੱਥੇ ਡਿਪੋਜ਼ਿਟ ਹੋ ਗਈ ਹੈ ਤੁਹਾਡੇ ਨਾਮ ਦੇ, ਠੀਕ ਹੈ। ਅਤੇ ਤੁਹਾਨੂੰ ਕਾਲਜ ਜਾਂ ਯੂਨੀਵਰਸਿਟੀ ਲੈਟਰ ਆਫ ਐਕਸੈਪਟੈਂਸ ਦਿੰਦਾ, ਜਿਹੜਾ ਕਿ ਡਾਕੂਮੈਂਟ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੀ ਸਟੱਡੀ ਪਰਮਿਟ ਐਪਲੀਕੇਸ਼ਨ 'ਚ। ਹੁਣ ਜੇ ਉਹ ਫੇਕ ਹੈ ਜਾਂ ਜੇ ਉਹ ਆਫਿਸਰ ਹੈ ਉਸ ਚੀਜ਼ ਨੂੰ ਵੈਰੀਫਾਈ ਨਹੀਂ ਕਰ ਪਾ ਰਹੇ, ਤਾਂ ਆਫ ਕੋਰਸ ਤੁਹਾਡਾ ਜਿਹੜਾ ਵੀਜ਼ਾ ਉਹ ਰਿਫਿਊਜ਼ ਹੋਊਗਾ ਹੀ ਹੋਊਗਾ। ਤੁਹਾਨੂੰ ਵੀਜ਼ਾ ਜਿਹੜੀ ਰਿਫਿਊਜ਼ਲ ਲੈਟਰ ਆਉਂਦੀ ਹੈ ਉਹਦੇ ਵਿੱਚ ਕਦੇ ਵੀ ਇਹ ਹਾਈਲਾਈਟਡ ਨਹੀਂ ਹੋਊਗਾ ਕਿ ਤੁਹਾਡੀ ਜਿਹੜੀ LOA ਉਹ ਵੈਰੀਫਾਈਡ ਨਹੀਂ ਹੋਈ ਹੈਗੀ ਸਾਡੇ ਐਂਡ ਤੋਂ, ਅਤੇ ਤਾਂ ਕਰਕੇ ਤੁਹਾਨੂੰ ਦੇ ਰਹੇ ਹਾਂ। ਉਹਦੇ 'ਚ ਜਿਹੜੇ ਕਾਮਨਲੀ ਰੀਜ਼ਨਸ ਆਉਂਦੇ ਨੇ, ਜਿਹੜੇ ਤੁਸੀਂ ਦੇਖ ਸਕਦੇ ਹੁੰਦੇ ਹੋ, ਉਹੀ ਆਉਂਦੇ ਨੇ। ਬਟ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੰਟਰਨਲੀ ਜਦੋਂ ਤੁਸੀਂ A ਟਿਪਸ ਜਾਂ GCMS ਨੋਟਸ ਅਪਲਾਈ ਕਰਦੇ ਹੋ ਉਦੋਂ ਹੀ ਤੁਹਾਨੂੰ ਮਿਲਦੀਆਂ ਨੇ। ਸੋ ਮੇਕ ਸ਼ੋਰ ਕਿ ਜਿਹੜੀ ਤੁਸੀਂ LOA ਅਪਲਾਈ ਕਰ ਰਹੇ ਹੋ, ਚਾਹੇ ਤੁਸੀਂ ਥਰੂ ਪੈਕੇਜ ਜਾ ਰਹੇ ਹੋ, ਚਾਹੇ ਜਿਵੇਂ ਮਰਜ਼ੀ ਜਾ ਰਹੇ ਹੋ, ਆਫ ਕੋਰਸ ਯੂ ਸ਼ੁੱਡ ਐਟ ਲੀਸਟ ਬੀ ਏਬਲ ਟੂ ਵੈਰੀਫਾਈ ਦੀ ਲੈਟਰ ਆਫ ਐਕਸੈਪਟੈਂਸ। ਤੁਸੀਂ ਕੰਸਲਟੈਂਟ ਨੂੰ ਕਹੋ ਕਿ ਜੀ ਮੈਨੂੰ ਠੀਕ ਹੈ ਤੁਸੀਂ ਪੈਸੇ ਸਾਰੇ ਬਾਅਦ 'ਚ ਲੈ ਰਹੇ ਹੋ, ਬਟ ਐਟਲੀਸਟ ਮੈਨੂੰ LOA ਦੇਖਣ ਦਾ ਹੱਕ ਹੈ, ਬਿਕੋਜ਼ ਮੈਂ ਤੁਹਾਡੇ 'ਤੇ ਟਰਸਟ ਕਰਕੇ ਇਹ ਜਿਹੜਾ ਕਦਮ ਆ ਉਹ ਚੁੱਕ ਰਿਹਾ ਵਾਂ, ਆਪਣੀ ਸਟੱਡੀ ਵੀਜ਼ਾ ਐਪਲੀਕੇਸ਼ਨ ਤੁਹਾਡੇ ਤੋਂ ਲਗਵਾ ਰਿਹਾ। ਸੋ ਖੁਦ ਤੁਸੀਂ ਕਾਲਜ ਯੂਨੀਵਰਸਿਟੀ, ਮੈਂ ਇਹ ਵੀ ਐਡਵਾਈਸ ਕਰਦਾ ਕਿ ਜਿਹੜੇ ਸਹੀ ਤਰੀਕੇ ਦੇ ਨਾਲ ਕੰਮ ਕਰਦੇ ਆ, ਆਫ ਕੋਰਸ ਫੀਸ ਸਟੂਡੈਂਟ ਦੇ ਰਿਹਾ ਵਾ, ਕੋਈ ਪੈਕੇਜ ਸਿਸਟਮ 'ਚ ਨਹੀਂ ਡੀਲ ਕਰ ਰਹੇ ਕੰਸਲਟੈਂਟਸ। LOA ਆਉਂਦੀ ਹੈ, ਸਟੂਡੈਂਟਸ ਅੱਜ ਕੱਲ੍ਹ ਇੰਟਰਨੈਟ ਦਾ ਯੁੱਗ ਹੈ, ਈਮੇਲ ਐਡਰੈਸਿਸ ਗਿਵਨ ਹੁੰਦੇ ਨੇ ਰਜਿਸਟਰਾਰ ਦੇ, ਉੱਥੇ ਦੇ ਕੋਆਰਡੀਨੇਟਰਸ ਦੇ, ਉਹਨਾਂ ਦੇ ਫ਼ੋਨ ਨੰਬਰਸ ਗਿਵਨ ਹੁੰਦੇ ਨੇ। ਫ਼ੋਨ ਨੰਬਰ ਤਾਂ ਆਈ ਡੋਂਟ ਥਿੰਕ ਸੋ, ਬਿਕੋਜ਼ ਟਾਈਮ ਗੈਪ ਹੁੰਦਾ ਵਾ ਅਤੇ ਤੁਸੀਂ ਨਹੀਂ ਡਾਇਰੈਕਟਲੀ ਕਾਲ ਕਰਕੇ ਕਹਿ ਸਕਦੇ। ਟੋਲ ਫ੍ਰੀ ਨੰਬਰ ਹੁੰਦਾ ਵਾ ਕਾਲਜ ਯੂਨੀਵਰਸਿਟੀ ਦੀ ਵੈਬਸਾਈਟ 'ਤੇ, ਇਨਕੁਆਇਰੀ ਨੰਬਰਸ ਹੁੰਦੇ ਨੇ, ਉੱਥੇ ਜਾ ਕੇ ਆਪਣਾ ਸਟੂਡੈਂਟ ID ਦੱਸ ਕੇ ਕਨਫਰਮ ਕਰੋ ਕਿ ਹਾਂਜੀ ਤੁਸੀਂ ਜਿਹੜੀ ਫੀਸ ਪੇ ਕੀਤੀ ਹੈ ਤੁਹਾਡੇ ਕੋਲ ਉਹ ਡਿਪੋਜ਼ਿਟ ਹੋ ਗਈ ਹੈ, ਕਿ ਮੇਰੇ ਨਾਮ ਦੇ ਅਗੇਂਸਟ ਜਿਹੜੀ ਉਹ ਫੀਸ ਹੈ ਜਿੰਨੀ ਮੈਂ ਪੇ ਕੀਤੀ ਹੈ, ਜਿੰਨੀ ਵੀ ਇਸ ਕੋਰਸ ਦੇ ਵਿੱਚ ਮੇਰੀ ਇਨਰੋਲਮੈਂਟ ਫੀਸ ਹੈ ਉਹ ਤੁਹਾਡੇ ਕੋਲ ਡਿਪੋਜ਼ਿਟ ਹੋ ਗਈ ਹੈ। ਆਈ ਐਮ ਜਸਟ ਕਨਫਰਮਿੰਗ ਇਟ। ਇਹਦੇ ਨਾਲ ਕੀ ਹੈ, ਤੁਹਾਨੂੰ ਬੈਕ ਆਫ ਦਾ ਮਾਈਂਡ ਇਹ ਨਹੀਂ ਹੋਊਗਾ ਕਿ ਹਾਂਜੀ ਜਿਹੜੀ ਤੁਹਾਡੀ ਫੀਸ ਹੈ ਉਹ ਹੋਰ ਕਿਤੇ ਪਹੁੰਚ ਗਈ ਹੈ, ਆਲਦੋ ਤੁਸੀਂ ਪੇ ਕੀਤੀ ਹੈ, ਠੀਕ ਹੈ। ਬਹੁਤ ਤਰ੍ਹਾਂ ਦੇ ਫਰੋਡਸ ਚੱਲ ਰਹੇ ਨੇ ਮਾਰਕੀਟ ਦੇ ਵਿੱਚ। ਸੋ ਇਸ ਲਈ ਸਹੀ ਤਰੀਕੇ ਦੇ ਨਾਲ ਕੰਮ ਕਰਨ ਵਾਲਿਆਂ 'ਤੇ ਵੀ ਜਿਹੜੀ ਹੈ ਨਿਸ਼ਾਨਾ ਸਾਧਿਆ ਜਾ ਰਿਹਾ ਵਾ, ਬਿਕੋਜ਼ ਜਿਹੜਾ ਟਰਸਟ ਆ ਉਹ ਕਿਤੇ ਨਾ ਕਿਤੇ ਕਲਾਇੰਟਸ ਦਾ, ਸਟੂਡੈਂਟਸ ਦਾ ਬ੍ਰੇਕ ਹੋ ਰਿਹਾ ਵਾ। ਸੋ ਜੇ ਤੁਸੀਂ ਬਿਲਕੁਲ ਸਹੀ ਕੰਮ ਕਰ ਰਹੇ ਹੋ ਤਾਂ ਤੁਹਾਨੂੰ LOA ਦੇਣ 'ਚ ਜਾਂ LOA ਵੈਰੀਫਾਈ ਕਰਵਾਉਣ ਦੇ ਵਿੱਚ ਵੀ ਦਿੱਕਤ ਨਹੀਂ ਹੋਣੀ ਚਾਹੀਦੀ। ਇਹ ਗੱਲ ਮੈਂ ਕੰਸਲਟੈਂਟਸ ਲਈ ਕਹਿ ਰਿਹਾ। ਸੋ ਹਮੇਸ਼ਾ ਜਦੋਂ LOA ਫਾਰਵਰਡ ਕਰਦੇ ਹੋ ਸਟੂਡੈਂਟ ਨੂੰ, ਤਾਂ ਸਟੂਡੈਂਟ ਨੂੰ ਤੁਸੀਂ ਖੁਦ ਕਹਿ ਸਕਦੇ ਹੋ, ਐਂਡ ਸਟੂਡੈਂਟਸ ਇੱਥੇ ਬਹੁਤ ਹੀ ਧਿਆਨ ਰੱਖਣ, ਜਦੋਂ LOA ਤੁਹਾਨੂੰ ਕਿਤੋਂ ਮਿਲ ਗਈ, ਪਲੀਜ਼ ਆਪਣੇ ਐਂਡ 'ਤੇ ਈਮੇਲ ਪਾ ਕੇ ਜਾਂ ਫੋਨ ਕਰਕੇ ਇਨਕੁਆਇਰੀ ਨੰਬਰਸ 'ਤੇ ਕਾਲਜ ਜਾਂ ਯੂਨੀਵਰਸਿਟੀ ਤੋਂ ਕਨਫਰਮ ਕਰੋ ਕਿ ਹਾਂਜੀ ਮੈਨੂੰ ਇਹ LOA ਇਸ ਕੋਰਸ ਦੇ ਵਿੱਚ, ਇਸ ਇਨਟੇਕ ਦੇ ਵਿੱਚ ਮਿਲੀ ਹੈ, ਇਹ ਮੇਰਾ ਸਟੂਡੈਂਟ ID ਹੈ ਜਾਂ ਐਨਰੋਲਮੈਂਟ ਨੰਬਰ ਹੈ, ਅਤੇ ਮੈਂ ਇੰਨੀ ਫੀਸ ਪੇ ਕੀਤੀ ਹੈ, ਸੋ ਇਜ਼ ਇਟ ਓਕੇ ਔਰ ਨੋਟ। ਸੋ ਇਹਦੇ ਨਾਲ ਤੁਹਾਨੂੰ ਐਟਲੀਸਟ ਇਹ ਹੋਊਗਾ ਕਿ ਜਿਹੜੀ ਤੁਸੀਂ ਸਟੱਡੀ ਪਰਮਿਟ ਐਪਲੀਕੇਸ਼ਨ 'ਚ LOA ਲਗਾ ਰਹੇ ਹੋ ਉਹ ਬਿਲਕੁਲ ਸਹੀ ਹੈ ਐਂਡ ਕਰੈਕਟ ਹੈ, ਉਹ ਫੇਕ ਨਹੀਂ ਹੈ। ਸੋ ਮੇਕ ਸ਼ੋਰ ਜਿਹੜੀ LOA ਹੈ ਉਹ ਬਿਲਕੁਲ ਵੈਰੀਫਾਈਬਲ ਹੋਣੀ ਚਾਹੀਦੀ, ਬਿਕੋਜ਼
ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਕੋ ਹਰ ਇੱਕ ਚੀਜ਼ ਦਾ ਐਕਸੈਸ ਹੈ ਐਂਡ ਆਫ ਕੋਰਸ 110% ਇਸ ਚੀਜ਼ ਨੂੰ ਵੈਰੀਫਾਈ ਕਰਦੇ ਨੇ ਬਿਕੋਜ਼ ਇੱਦਾਂ ਦੇ ਬਹੁਤ ਇੰਸਟੈਂਸਿਸ ਆਪਣੇ ਹੀ ਇੰਡੀਅਨਸ ਜਾਂ ਹੋਰ ਜਿਹੜੇ ਓਵਰਸੀਜ਼ ਸਟੂਡੈਂਟਸ ਜਾਂਦੇ ਨੇ ਫੇਕ ਡਾਕੂਮੈਂਟਸ ਲਗਾ ਕੇ ਐਪਲੀਕੇਸ਼ਨਸ ਆਪਣੀਆਂ ਲਗਾਉਂਦੇ ਨੇ ਅਤੇ ਬਹੁਤ ਵਾਰੀ ਫਿਰ ਉਹ ਰਿਫਿਊਜ਼ਲ ਜਾਂ ਬੈਨ ਦੇ ਵੀ ਹੋ ਸਕਦੇ ਨੇ ਉਹ ਠੀਕ ਹੈ ਆਉਣ ਵਾਲੇ ਸਮੇਂ 'ਚ ਸੋ ਇਸ ਚੀਜ਼ ਦਾ ਧਿਆਨ ਰੱਖੋ ਸੈਕਿੰਡ ਆ ਗਈ ਫਾਈਨੈਂਸ਼ੀਅਲ ਇਸ਼ੂਜ਼ ਜਾਂ ਤੁਹਾਡੀਆਂ ਜਿਹੜੇ ਫੰਡਸ ਜਿਹੜੇ ਤੁਸੀਂ ਸ਼ੋਅ ਕੀਤੇ ਹੁੰਦੇ ਆ ਜਾਂ ਫਾਈਨੈਂਸ਼ੀਅਲ ਡਾਕੂਮੈਂਟਸ ਲਗਾਏ ਆ ਉਹ ਪ੍ਰੋਪਰ ਨਹੀਂ ਹੁੰਦੇ ਹੁਣ ਫਾਈਨੈਂਸ਼ੀਅਲ ਡਾਕੂਮੈਂਟਸ ਦੇ ਵਿੱਚ ਕੀ ਕੀਤਾ ਜਾਂਦਾ SDS ਜਿਹੜੀ ਕਿ ਕੈਟੇਗਰੀ ਯੂਜੂਅਲੀ ਤੁਹਾਨੂੰ ਪਤਾ ਸਟੂਡੈਂਟ ਡਾਇਰੈਕਟ ਸਟਰੀਮ ਉਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਆ ਕਿ ਤੁਸੀਂ 1 ਈਅਰ ਦੀ ਟਿਊਸ਼ਨ ਫੀ ਟ੍ਰਾਂਸਫਰ ਕਰਤੀ ਤੁਸੀਂ ਆਪਣਾ 1 ਈਅਰ ਦੀ ਲਿਵਿੰਗ ਕਾਸਟ ਇਨ ਦ ਫਾਰਮ ਆਫ GIC ਟ੍ਰਾਂਸਫਰ ਕਰਤੀ ਅਤੇ ਦੈਨ ਯੂ ਥਿੰਕ ਕਿ ਜਾਂ ਤੁਹਾਡੇ ਕੰਸਲਟੈਂਟਸ ਜੋ ਵੀ ਨੇ ਉਹ ਸੋਚਦੇ ਆ ਕਿ ਵੀ ਡੋਂਟ ਨੀਡ ਫੰਡਸ ਤੁਹਾਨੂੰ ਕੁਝ ਸ਼ੋਅ ਕਰਨ ਦੀ ਲੋੜ ਨਹੀਂ ਬਿਕੋਜ਼ 1 ਈਅਰ ਦੀਆਂ ਰਿਕੁਆਇਰਮੈਂਟਸ ਪੂਰੀਆਂ ਨੇ ਜੋ ਕਿ SDS 'ਚ ਗਿਵਨ ਹੈ ਬਟ ਇਹਦੇ ਵਿੱਚ ਮੈਂ ਇਹ ਚੀਜ਼ ਹਾਈਲਾਈਟ ਕਰੂੰਗਾ ਇਟ ਇਜ਼ ਆਲਵੇਜ਼ ਇੰਪੋਰਟੈਂਟ ਜਿੰਨੇ ਵੀ ਤੁਹਾਡੇ ਕੋਲ ਫੰਡਸ ਨੇ ਉਹ ਲਗਾਓ ਐਂਡ ਉਹ ਫੰਡਸ ਕਦੇ ਵੀ ਰੀਸੈਂਟ ਨਾ ਹੋਣ ਉਹਦੇ ਪਿੱਛੇ ਰੀਜ਼ਨ ਹੈ ਰੀਸੈਂਟ ਫੰਡਸ ਦਾ ਫਿਰ ਉਹੀ ਪ੍ਰੋਬਲਮ ਆਉਂਦੀ ਹੈ ਵੀਜ਼ਾ ਆਫਿਸਰ ਨੂੰ ਇਹ ਚੀਜ਼ ਪਤਾ ਲੱਗ ਜਾਂਦੀ ਹੈ ਦੈਟ ਦ ਫੰਡਸ ਹੈਵ ਬੀਨ ਯੂਜ਼ਡ ਜਸਟ ਫॉर द ਸੇਕ ਆਫ ਵੀਜ਼ਾ ਤੁਹਾਡੇ ਆਪਣੇ ਫੰਡਸ ਨਹੀਂ ਹੈਗੇ ਸੋ ਐਟਲੀਸਟ ਵੀ ਟਰਾਈ ਕਿ 4 to 6 months ਓਲਡ ਤੁਹਾਡੇ ਕੋਲੇ ਜਿਹੜੇ ਚਾਹੇ ਉਹ ਸੇਵਿੰਗ ਬੈਂਕ 'ਚ ਹੋਣ ਚਾਹੇ ਇਨ ਦ ਫਾਰਮ ਆਫ ਫਿਕਸ ਡਿਪੋਜ਼ਿਟ ਹੋਣ ਤੁਹਾਡੇ ਕੋਲ ਫੰਡਸ ਉਹ ਹੀ ਹੋਣ ਠੀਕ ਹੈ ਜਿੰਨੇ ਓਲਡ ਹੋਣਗੇ ਉਨਾ ਬੈਟਰ ਹੈ ਅਤੇ ਤੁਸੀਂ ਜਿੰਨੇ ਵੀ ਫੰਡਸ ਦਿਖਾ ਸਕਦੇ ਹੋ ਇਹ 'ਚ ਕੋਈ ਅੱਪਰ ਜਾਂ ਲੋਅਰ ਲਿਮਿਟ ਨਹੀਂ ਹੁੰਦੀ ਜਿੰਨੇ ਦਿਖਾ ਸਕਦੇ ਹੋ ਤੁਹਾਡੇ ਕੋਲੇ ਹੈਗੇ ਨੇ ਉਹ ਜ਼ਰੂਰ ਸ਼ੋਅ ਕਰੋ ਕਿਉਂਕਿ ਤੁਹਾਡੀਆਂ ਵੀਜ਼ਾ ਲੱਗਣ ਤੋਂ ਬਾਅਦ 'ਚ ਵੀ ਬਹੁਤ ਸਾਰੀਆਂ ਕਾਸਟਸ ਇਨਵੋਲਵਡ ਹੁੰਦੀਆਂ ਤੁਸੀਂ ਇੱਥੇ ਸ਼ਾਪਿੰਗ ਕਰਨੀ ਹੈ ਤੁਸੀਂ ਟਿਕਟ ਬਾਏ ਕਰਨੀ ਹੈ ਤੁਸੀਂ ਕੁਛ ਜਿਹੜਾ ਇਨ ਦ ਫਾਰਮ ਆਫ ਕੈਸ਼ ਜਿਹੜਾ ਤੁਸੀਂ ਕੈਨੇਡੀਅਨ ਡਾਲਰਸ ਕੈਰੀ ਕਰਨੇ ਨੇ ਉਹ ਸਾਰੇ ਫੰਡਸ ਉਹ ਸਾਰੇ ਖਰਚਾ ਕਿੱਥੇ ਸ਼ੋਅ ਕਰਾਂਗੇ ਸੋ ਵੀਜ਼ਾ ਆਫਿਸਰ ਨੂੰ ਐਟਲੀਸਟ ਇਹ ਪਤਾ ਹੋਣਾ ਚਾਹੀਦਾ ਕਿ ਆਫਟਰ the candidate gets the visa they are having funds for the ticket and other overhead expenses ਕਿਉਂਕਿ ਉਹਨਾਂ ਨੇ ਫੋਰਨ ਕੰਟਰੀ ਤੋਂ ਇੱਥੇ ਕੈਨੇਡਾ 'ਚ ਮੂਵ ਹੋਣਾ ਵਾ ਬਿਕੋਜ਼ ਤੁਹਾਨੂੰ ਐਜ਼ ਸੂਨ ਐਜ਼ ਯੂ ਲੈਂਡ ਯੂ ਵੋਂਟ ਬੀ ਏਬਲ ਟੂ ਐਕਸੈਸ ਦ GIC ਸੋ GIC ਤੱਕ ਪਹੁੰਚਦੇ ਵੀ ਤੁਹਾਨੂੰ 4-5 ਦਿਨ ਹਫ਼ਤਾ 10 ਦਿਨ ਲੱਗ ਜਾਂਦੇ ਨੇ ਬਿਕੋਜ਼ ਉੱਥੇ ਵੀ ਬਹੁਤ ਸਾਰੀਆਂ ਰਿਕੁਆਇਰਮੈਂਟਸ ਹੁੰਦੀਆਂ ਬੈਂਕਸ ਵੱਲੋਂ ਅਤੇ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਤਾਂ ਹੀ ਤੁਹਾਡਾ ਜਿਹੜਾ GIC ਅਕਾਊਂਟ ਹੈ ਉਹ ਚੈਕਿੰਗ ਅਕਾਊਂਟ ਦੇ ਵਿੱਚ ਜਾਂਦਾ ਐਂਡ ਫਿਰ ਤੁਸੀਂ ਉਹ ਵਾਲੇ ਫੰਡਸ ਨੂੰ ਯੂਜ਼ ਕਰ ਸਕਦੇ ਹੋ ਫॉर योर ਓਨ ਠੀਕ ਹੈ ਕਿਸੇ ਵੀ ਚੀਜ਼ ਲਈ ਸੋ ਫਾਈਨੈਂਸ਼ੀਅਲ ਜਿਹੜੇ ਡਾਕੂਮੈਂਟਸ ਨੇ ਉਹ ਹਮੇਸ਼ਾ ਚਾਹੇ SDS ਹੈ ਚਾਹੇ ਨੋਨ SDS ਹੈ ਉਹ ਤੁਹਾਡੇ ਸਟਰੋਂਗ ਹੋਣੇ ਚਾਹੀਦੇ ਆ ਐਂਡ ਮੇਕ ਸ਼ੋਰ ਕਰੋ ਕਿ ਜਿਹੜੇ ਫੰਡਸ ਨੇ ਉਹ ਐਟਲੀਸਟ 4 to 6 months ਓਲਡ ਹੀ ਹੋਣ ਰੀਸੈਂਟ ਫੰਡਸ ਨਾ ਹੋਣ ਕਈ ਸਟੂਡੈਂਟਸ ਦਾ ਵੀਜ਼ਾ ਆਲਦੋ ਆ ਵੀ ਚੱਕਿਆ ਹੁੰਦਾ ਵਾ ਰੀਸੈਂਟ ਫੰਡਸ ਨਾਲ ਬਟ ਦੈਟ ਡਜ਼ਨਟ ਮੀਨ ਕਿ ਤੁਸੀਂ ਜੀ ਰੀਸੈਂਟ ਫੰਡਸ ਕਿਸੇ ਹੋਰ ਦਾ ਵੀਜ਼ਾ ਆਇਆ ਅਤੇ ਜੀ ਸਾਡਾ ਵੀ ਵੀਜ਼ਾ ਆ ਜਾਊਗਾ ਹਮੇਸ਼ਾ ਜਿਹੜੀ ਚੀਜ਼ ਦੀ ਕਲੈਰਿਟੀ ਵੀਜ਼ਾ ਆਫਿਸਰ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਉਹ ਸਹੀ ਤਰੀਕੇ ਨਾਲ ਸਹੀ ਡਾਕੂਮੈਂਟੇਸ਼ਨ ਦੇ ਨਾਲ ਹੀ ਦਿਓ ਠੀਕ ਹੈ ਜੀ ਥਰਡ ਆ ਜਾਂਦਾ ਵਾ ਤੁਹਾਡਾ ਇੰਟੈਂਟ ਹੁਣ ਇੰਟੈਂਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਤੁਸੀਂ ਫੋਰ ਐਗਜ਼ਾਮਪਲ 10+2 ਦੇ ਵਿੱਚ ਆਰਟਸ ਕੀਤੀ ਹੈ ਉਸ ਤੋਂ ਬਾਅਦ ਤੁਸੀਂ BA ਕਰ ਲਈ ਐਂਡ ਆਲ ਟੂਗੈਦਰ ਜੀ ਤੁਸੀਂ ਕੰਪਿਊਟਰ ਦਾ ਕੋਰਸ ਲੈ ਲਿਆ ਡਿਪਲੋਮਾ ਕੈਨੇਡਾ ਦੇ ਵਿੱਚ ਜਾਣ ਲਈ ਤੁਹਾਨੂੰ ਆਫਰ ਲੈਟਰ ਆ ਗਈ ਫੀਸ ਭਰਤੀ ਹਾਂਜੀ ਹੁਣ ਮੇਨ ਪ੍ਰੋਬਲਮ ਹੈ ਇੰਟੈਂਟ ਵੀਜ਼ਾ ਆਫਿਸਰ ਨੇ ਕਹਿਣਾ ਕਿ ਤੁਸੀਂ +2 'ਚ ਆਰਟਸ ਐਂਡ ਹਿਊਮੈਨਿਟੀਜ਼ ਲਈ ਤੁਸੀਂ ਬੈਚਲਰ ਇਨ ਆਰਟਸ ਕੀਤੀ ਹੈ ਅਤੇ ਆਲ ਟੂਗੈਦਰ ਤੁਸੀਂ ਕੰਪਿਊਟਰ ਦਾ ਡਿਪਲੋਮਾ ਕਿਵੇਂ ਲੈ ਰਹੇ ਹੋ ਕਿਵੇਂ ਉਸ ਚੀਜ਼ ਨੂੰ ਜਸਟੀਫਾਈ ਕਰੋਗੇ ਜਾਂ ਤਾਂ ਤੁਹਾਡੇ ਕੋਲ ਉਸ ਚੀਜ਼ ਦਾ ਰੈਲੇਵੈਂਟ ਐਕਸਪੀਰੀਅੰਸ ਹੈ ਜਾਂ ਨਹੀਂ ਹੈ ਠੀਕ ਹੈ ਉਸ ਚੀਜ਼ ਦੇ ਵਿੱਚ ਤੁਸੀਂ ਆਲਰੇਡੀ ਕੁਝ ਐਕਸਪੀਰੀਅੰਸ ਗੇਨ ਕਰ ਚੁੱਕੇ ਹੋ ਕਿ ਨਹੀਂ ਕਰ ਚੁੱਕੇ ਠੀਕ ਹੈ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ ਦੇ ਵਿੱਚ ਮੈਟਰ ਕਰਦੀਆਂ ਨੇ ਇੰਟੈਂਟ ਕਲੀਅਰ ਹੋਣਾ ਬਹੁਤ ਇੰਪੋਰਟੈਂਟ ਹੈ ਇੰਟੈਂਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਤੁਸੀਂ ਉਹ ਕੋਰਸ ਨੂੰ ਕਿਉਂ ਚੂਜ਼ ਕੀਤਾ ਵਾ ਕੀ ਰੀਜ਼ਨ ਹੈ ਕਿ ਤੁਸੀਂ ਇਹ ਪਰਟੀਕੂਲਰ ਕੋਰਸ ਹੀ ਚੂਜ਼ ਕੀਤਾ ਵਾ ਐਂਡ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਜਿਹੜੇ ਕੋਰਸਿਸ ਨੇ ਜਾਂ ਜਿਹੜੇ ਸਟਰੀਮਸ ਨੇ ਆਲਮੋਸਟ ਸਿਮਿਲਰ ਨੇ ਆਲ ਓਵਰ ਦ ਵਰਲਡ ਤੁਸੀਂ ਹੈਲਥ ਕੇਅਰ ਵੱਲ ਜਾਣਾ ਚਾਹੁੰਦੇ ਹੋ ਹੈਲਥ ਕੇਅਰ ਦੇ ਕੋਰਸਿਸ ਇੰਡੀਆ 'ਚ ਵੀ ਨੇ ਕੈਨੇਡਾ 'ਚ ਵੀ ਨੇ ਹੋਰ ਕੰਟਰੀਜ਼ 'ਚ ਵੀ ਨੇ ਸਿਮਿਲਰਲੀ ਇਫ ਯੂ ਆਰ ਡੂਇੰਗ ਡਿਗਰੀ ਔਰ ਡਿਪਲੋਮਾ ਇਨ ਕੰਪਿਊਟਰ ਸਾਇੰਸ ਉਹ ਇੰਡੀਆ ਦੇ ਵਿੱਚ ਵੀ ਆਪਣੇ ਕੋਲ ਅਵੇਲੇਬਲ ਨੇ ਇੱਥੇ ਕਾਲਜ ਯੂਨੀਵਰਸਿਟੀਜ਼ 'ਚ ਸਿਮਿਲਰਲੀ ਜੇ ਤੁਸੀਂ ਬਿਜ਼ਨਸ ਡਿਪਲੋਮਾਸ ਲਈ ਜਾ ਰਹੇ ਹੋ ਉਹ ਇੰਡੀਆ ਦੇ ਵਿੱਚ ਵੀ ਤੁਹਾਡੇ ਕੋਲ ਡਿਗਰੀਜ਼ ਡਿਪਲੋਮਾਸ ਅਵੇਲੇਬਲ ਨੇ ਵਾਈ ਓਨਲੀ ਕੈਨੇਡਾ 'ਚ ਜਾ ਕੇ ਕਿਉਂ ਪੜ੍ਹਨਾ ਚਾਹੁੰਦੇ ਹੋ ਉਹ ਜਿਹੜਾ ਤੁਹਾਡਾ ਇੰਟੈਂਟ ਹੈ ਉਹ ਬਹੁਤ ਹੀ ਕਲੀਅਰ ਐਂਡ ਕੰਸਾਈਜ਼ ਹੋਣਾ ਚਾਹੀਦਾ ਤਾਂ ਕਿ ਵੀਜ਼ਾ ਆਫਿਸਰ ਈਜ਼ੀਲੀ ਤੁਹਾਡੀ ਜਿਹੜੀਆਂ ਇੰਟੈਂਸ਼ਨਸ ਨੇ ਉੱਥੇ ਆ ਕੇ ਪੜ੍ਹਨ ਦੀਆਂ ਉਸ ਚੀਜ਼ ਨੂੰ ਸਹੀ ਸਮਝੇ ਅਤੇ ਤੁਹਾਨੂੰ ਵੀਜ਼ਾ ਗ੍ਰਾਂਟ ਕਰੇ ਡੂਅਲ ਇੰਟੈਂਟ ਦੀ ਪ੍ਰੋਬਲਮ ਹੈ ਇਹ ਕਿੱਥੋਂ ਆਉਂਦੀ ਹੈ ਜਦੋਂ ਤੁਸੀਂ ਵੀਕ SOP ਲਿਖਦੇ ਹੋ ਤੁਹਾਡੀ ਜਿਹੜੀ SOP ਹੈ ਉਹ ਤੁਸੀਂ ਕਹਿ ਲਓ ਇੱਕ ਤਰ੍ਹਾਂ ਦਾ ਤੁਹਾਡਾ 70 to 80% ਤੁਹਾਡੀ ਪ੍ਰੋਫਾਈਲ ਦੇ ਵਿੱਚ ਉਹ ਹੈਲਪਫੁਲ ਹੁੰਦੀ ਹੈ ਤੁਹਾਡੀ ਸਕਸੈਸ ਰੇਸ਼ੋ ਵੀਜ਼ਾ ਦੇ ਵਿੱਚ
डिफाइन कर दिंदी है थोड़ी SOP। जे थोड़ी SOP ही वीक है तो थोड़ी रैसट ऑफ द फाइल वीज़ा ऑफिसर ने चैक भी नहीं करनी एंड वो सीधा थोनों वीज़ा रिफ्यूज़ल मिल जाती है। सो SOP नीदर टू शॉर्ट नीदर टू मच लॉन्ग, ਉਹ ਐਟਲੀਸਟ 1 to 2 ਪੇजेस ਦੀ ਹੋਵੇ। ਤੁਹਾਡੀਆਂ ਸਾਰੀਆਂ ਇੰਟੈਂਸ਼ਨਸ ਉਹਦੇ ਵਿੱਚ ਕਲੀਅਰ ਹੋਣੀਆਂ ਚਾਹੀਦੀਆਂ। ਕੈਨੇਡਾ ਨੂੰ ਕਿਉਂ ਚੂਜ਼ ਕੀਤਾ, ਇਹ ਪਰਟੀਕੂਲਰ ਕੋਰਸ ਮੈਂ ਕੈਨੇਡਾ 'ਚ ਆ ਕੇ ਕਿਉਂ ਪੜ੍ਹਨਾ ਚਾਹੁੰਦਾ ਵਾਂ, ਠੀਕ ਹੈ, ਅਤੇ ਮੈਂ ਇਸ ਤੋਂ ਬਾਅਦ 'ਚ ਮੇਰੇ ਫਿਊਚਰ ਪਲਾਨਸ ਕੀ ਨੇ। ਸਾਰੀਆਂ ਚੀਜ਼ਾਂ ਬੜੀਆਂ ਹੀ ਕਲੀਅਰ ਐਂਡ ਕੰਸਾਈਜ਼ਲੀ ਤੁਸੀਂ SOP 'ਚ ਦੱਸਣੀਆਂ ਹੁੰਦੀਆਂ ਨੇ ਤਾਂ ਕਿ ਵੀਜ਼ਾ ਆਫਿਸਰ ਨੂੰ ਤੁਸੀਂ ਇੱਕ ਸਹੀ ਅਤੇ ਬੋਨਾਫਾਈਡ ਸਟੂਡੈਂਟ ਲੱਗੋ। ਸੋ intent can only be clarified in the form of a good SOP. So SOP is the main part of your study permit application. Make sure SOP ਵਧੀਆ and ਬੜੀ ਹੀ crystal clear ਹੋਵੇ, ਠੀਕ ਹੈ ਜੀ। ਫਿਰ ਆ ਜਾਂਦੀ ਹੈ ਤੁਹਾਡੀ ਅਕੈਡਮਿਕ ਪਰਫਾਰਮੈਂਸ। ਸਮਟਾਈਮਸ ਕੀ ਹੁੰਦੀ ਹੈ ਕਿ ਬੈਕਲੌਗਸ ਹੁੰਦੇ ਨੇ ਅਤੇ ਬੈਕਲੌਗ ਸਰਟੀਫਿਕੇਟਸ, ਹੁਣ ਤੁਸੀਂ ਕੋਈ ਬੈਚਲਰਸ ਡਿਗਰੀ ਜਾਂ ਡਿਪਲੋਮਾ ਕੀਤਾ ਉਹਦੇ ਵਿੱਚ ਤੁਸੀਂ ਬੈਕਲੌਗ ਸਰਟੀਫਿਕੇਟ ਆਲਦੋ ਤੁਹਾਡੀ ਡਿਗਰੀ 4 years 'ਚ ਕੰਪਲੀਟ ਹੋਣੀ ਸੀ, ਬਟ ਉਹ ਡਿਊ ਟੂ ਸਮ ਅਨਅਵੋਇਡੇਬਲ ਰੀਜ਼ਨਸ ਜਾਂ ਫॉर ਐਨੀ ਰੀਜ਼ਨ ਉਹ ਤੁਹਾਡੀ ਐਕਸਟੈਂਡ ਹੋ ਗਈ, ਉਹ 5 years 'ਚ ਕੰਪਲੀਟ ਹੋਈ। ਤੁਸੀਂ ਆਫ ਕੋਰਸ ਉਹ ਡਿਗਰੀ ਕੰਪਲੀਟ ਕਰ ਲਈ ਹੈ, ਤੁਸੀਂ ਡਿਗਰੀ ਕੰਪਲੀਸ਼ਨ ਸਰਟੀਫਿਕੇਟ ਆਪਣੀਆਂ ਮਾਰਕਸ਼ੀਟ ਸਾਰੀਆਂ ਲਗਾਤੀਆਂ ਨੇ। ਬੈਕਲੌਗ ਸਰਟੀਫਿਕੇਟ ਲਗਾਉਣਾ ਬਹੁਤ ਮੈਂਡੇਟਰੀ ਹੈ। ਤੁਸੀਂ ਉਸ ਚੀਜ਼ ਨੂੰ ਆਪਣੀ SOP ਦੇ ਵਿੱਚ ਹੀ ਜਸਟੀਫਾਈ ਕਰਨਾ ਵਾ ਕਿ ਤੁਸੀਂ ਇਸ ਚੀਜ਼ ਦੇ ਵਿੱਚ ਐਕਸਟੈਂਸ਼ਨ ਕਿਉਂ ਲਈ, ਵਾਈ ਵਰ ਯੂ ਨਾਟ ਏਬਲ ਟੂ ਕੰਪਲੀਟ ਯੋਰ ਪ੍ਰੋਗਰਾਮ ਇਨ ਦ ਸਟਿਪੂਲੇਟਿਡ ਟਾਈਮ। ਇਹ ਤੁਹਾਨੂੰ ਐਕਸਟੈਂਸ਼ਨ ਕਿਉਂ ਲੈਣੀ ਪਈ, ਤੁਹਾਡੀ ਡਿਗਰੀ 4 years 'ਚ ਕੰਪਲੀਟ ਹੋਣੀ ਸੀ, 5 'ਚ ਕਿਉਂ ਹੋਈ। ਸੋ ਜੇ ਤੁਸੀਂ ਉਸ ਚੀਜ਼ ਨੂੰ ਕੋਈ ਵੈਲਿਡ ਰੀਜ਼ਨ ਨਹੀਂ ਦੇ ਸਕਦੇ ਤਾਂ ਆਫ ਕੋਰਸ ਦੇਅਰ ਆਰ ਚਾਂਸਿਸ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ। ਅਤੇ ਇਸ ਚੀਜ਼ ਨੂੰ ਪ੍ਰੋਪਰਲੀ ਜਸਟੀਫਾਈ ਕਰੋ ਕਿ ਮੈਂ ਬਿਮਾਰ ਸੀ ਜਾਂ ਮੈਨੂੰ ਕੋਈ ਹੋਰ ਪ੍ਰੋਬਲਮ ਸੀ, ਸਾਡੀ ਫੈਮਿਲੀ 'ਚ ਕੋਈ ਪ੍ਰੋਬਲਮ ਸੀ ਜਾਂ ਕੁਛ ਵੀ, ਉਸ ਚੀਜ਼ ਦੀ ਪ੍ਰੋਪਰ ਜਸਟੀਫਿਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਫਰੈਂਡਸ, ਅੱਜ ਜਿਹੜੇ ਰਿਫਿਊਜ਼ਲ ਦੇ ਰੀਜ਼ਨਸ ਮੇਰਾ ਡਿਸਕਸ ਕਰਨ ਦਾ ਇਹੀ ਰੀਜ਼ਨ ਸੀਗਾ। ਸਭ ਤੋਂ ਪਹਿਲੇ ਤਾਂ ਅੰਡਰ SDS ਐਨ ਨੰਬਰ ਆਫ ਕੁਐਰੀਜ਼ ਆਰ ਕਮਿੰਗ ਕਿ SDS ਦੇ ਵਿੱਚ ਰਿਫਿਊਜ਼ਲਸ ਆ ਰਹੇ ਆ। ਆਰ ਕੰਪਨੀ ਵਿਦ ਗੋਡਸ ਗ੍ਰੇਸ ਇਜ਼ ਹੈਵਿੰਗ 100% ਰਿਕਾਰਡ ਈਵਨ ਫॉर SDS ਔਰ ਨੋਨ SDS ਕੇਸਿਸ। ਉਹਦੇ ਵਿੱਚ ਰੀਜ਼ਨ ਕੀ ਹੈ, ਅਸੀਂ ਪ੍ਰੋਫਾਈਲ ਨੂੰ ਪ੍ਰੋਪਰਲੀ ਅਸੈਸ ਕਰੀਦਾ ਵਾ, ਕੋਰਸ ਸਹੀ ਚੂਜ਼ ਕਰਵਾ ਕੇ ਦੇਈਦਾ ਵਾ ਸਟੂਡੈਂਟ ਨੂੰ। ਆਫ ਕੋਰਸ ਵੀ ਆਸਕ ਫॉर ਦ ਚੋਇਸ ਆਫ ਦ ਸਟੂਡੈਂਟ ਕਿ ਤੁਸੀਂ ਕੀ ਚਾਹੁੰਦੇ ਹੋ, ਕਿਹੜਾ ਤੁਹਾਡਾ ਫੀਲਡ ਆਫ ਇੰਟਰਸਟ ਹੈ। ਅਤੇ ਜੇ ਤੁਸੀਂ ਉਸ ਚੀਜ਼ ਦੇ ਵਿੱਚ ਜਾਣਾ ਚਾਹੁੰਦੇ ਹੋ, ਅਸੀਂ ਕਲਾਇੰਟ ਨੇ ਕਿਉਂਕਿ ਆਪਣੀ ਕੋਈ ਰਿਸਰਚ ਕੀਤੀ ਹੁੰਦੀ ਹੈ, ਉਹ ਚੈੱਕ ਕਰੀ ਦੀ ਹੈ। ਜੇ ਉਸਨੇ ਸਹੀ ਸਰਚ ਕੀਤੀ ਹੈ, ਵੀ ਸੇ ਓਕੇ ਯੂ ਕੈਨ ਆਪਟ ਫॉर ਦਿਸ, ਅਦਰਵਾਈਜ਼ ਅਸੀਂ ਆਪਣੇ ਕੋਲੋਂ ਆਪਸ਼ਨਸ ਦੇ ਦੀਆਂ ਆਫਟਰ ਪ੍ਰੋਪਰ ਪ੍ਰੋਫਾਈਲ ਅਸੈਸਮੈਂਟ। ਉਹਦੇ ਪਿੱਛੇ ਰੀਜ਼ਨ ਕੀ ਹੈ, ਸਾਡਾ ਇਕੱਲਾ ਮੋਟਿਵ ਇਹ ਨਹੀਂ ਹੁੰਦਾ ਕਿ ਬੱਚੇ ਨੂੰ ਆਫਰ ਲੈਟਰ ਆ ਜਾਏ। ਸਾਡਾ ਮੋਟਿਵ ਇਹ ਹੈ ਕਿ ਸਟੂਡੈਂਟ ਉੱਥੇ ਜਾ ਕੇ ਪਹਿਲੇ ਤਾਂ ਵੀਜ਼ਾ ਸਕਸੈਸ ਆਵੇ ਸਟੱਡੀ ਦੇ ਵਿੱਚ, ਕੱਲ੍ਹ ਨੂੰ ਈਵਨ ਆਫਟਰ 4 to 5 years ਜਦੋਂ ਸਟੂਡੈਂਟ ਨੇ PR ਲੈਣੀ ਹੈ ਜਾਂ ਜਦੋਂ ਉਹਨੇ ਆਪਣਾ ਕਰੀਅਰ ਬਿਲਡ ਕਰਨਾ ਕੈਨੇਡਾ ਦੇ ਵਿੱਚ, ਅਤੇ ਉਹ ਇਹ ਚੀਜ਼ ਯਾਦ ਰੱਖੇ ਕਿ ਐਟ ਫਸਟ ਸਟੇਜ ਜਦੋਂ ਕਿ ਤੁਸੀਂ ਆਪਣੀ ਸਟੱਡੀ ਪਰਮਿਟ ਐਪਲੀਕੇਸ਼ਨ ਅਪਲਾਈ ਕੀਤੀ ਸੀਗੀ, ਤੁਹਾਨੂੰ ਕਿਸੇ ਨੇ ਸਹੀ ਗਾਈਡ ਕੀਤਾ ਸੀਗਾ। ਤੁਹਾਡਾ ਜਿਹੜਾ ਕਰੀਅਰ ਹੈ ਉਹ ਤੁਹਾਡੇ ਇਸ ਸਟੈਪ ਨੇ ਹੀ ਡਿਫਾਈਨ ਕਰਨਾ ਵਾ। ਜੇ ਤੁਸੀਂ ਆਪਣਾ ਫਸਟ ਸਟੈਪ ਗਲਤ ਲਿਆ, ਤੁਸੀਂ ਕੋਈ ਕੋਰਸ ਚੂਜ਼ ਕਰ ਲਿਆ ਜਸਟ ਫॉर ਦ ਸੇਕ ਆਫ ਵੀਜ਼ਾ, ਤੁਹਾਡਾ ਵੀਜ਼ਾ ਲੱਗ ਗਿਆ, ਤੁਹਾਨੂੰ ਉਸ ਸਬਜੈਕਟ ਦੇ ਵਿੱਚ ਇੰਟਰਸਟ ਹੀ ਨਹੀਂ ਹੈ, ਤਾਂ ਤੁਸੀਂ ਆਫ ਕੋਰਸ ਉਸ ਚੀਜ਼ ਨੂੰ ਆਫਟਰ ਸਟੱਡੀਜ਼ ਪਰਸਿਊ ਨਹੀਂ ਕਰ ਪਾਓਗੇ। ਤੁਸੀਂ ਆਪਣੀ 25-30 ਲੱਖ ਦੀ ਇਨਵੈਸਟਮੈਂਟ ਆਪਣੇ ਪੇਰੈਂਟਸ ਦੀ ਹਾਰਡ ਅਰਨ ਸੇਵਡ ਮਨੀ ਨੂੰ ਯੂਜ਼ ਕਰ ਰਹੇ ਹੋ ਫॉर ਯੋਰ ਐਜੂਕੇਸ਼ਨ। ਜੇ ਤੁਸੀਂ ਉਹ ਆਪਣੇ ਕਰੀਅਰ ਦੇ ਵਿੱਚ ਯੂਜ਼ ਹੀ ਨਹੀਂ ਕੀਤੀ, ਦੈਨ ਇਟ ਇਜ਼ ਆਈ ਵੁੱਡ ਸੇ ਕਿ ਟੋਟਲੀ ਵੇਸਟੇਜ ਆਫ ਮਨੀ। ਉਸ ਤੋਂ ਬੈਟਰ ਤਾਂ ਤੁਸੀਂ ਉਸ ਚੀਜ਼ ਨੂੰ ਕਿਤੇ ਹੋਰ ਇਨਵੈਸਟ ਕਰਕੇ ਉਹਦੀ ਇਨਵੈਸਟਮੈਂਟ ਵਧੀਆ ਆ ਜਾਣੀ ਸੀਗੀ, ਠੀਕ ਹੈ। ਸੋ ਜਿਹੜਾ ਤੁਹਾਡਾ ਫਸਟ ਸਟੈਪ ਹੈ ਦੈਟ ਇਜ਼ ਚੂਜ਼ਿੰਗ ਦ ਰਾਈਟ ਕੋਰਸ ਐਜ਼ ਪਰ ਯੋਰ ਇੰਟਰਸਟ, ਠੀਕ ਹੈ। ਇੰਟਰਸਟ ਦੇ ਅਕੋਰਡਿੰਗਲੀ ਆਪਣਾ ਕੋਰਸ ਚੂਜ਼ ਕਰੋ, ਉਸ ਚੀਜ਼ ਨੂੰ ਪ੍ਰੋਪਰਲੀ ਪੜ੍ਹੋ, ਅੱਛੀ CGPA ਲਓ, ਉਸ ਸੇਮ ਸਟਰੀਮ ਦੇ ਵਿੱਚ ਜੋਬ ਲੈਣ ਦੀ ਕੋਸ਼ਿਸ਼ ਕਰੋ। ਐਂਡ ਜੋਬਸ ਆਰ ਅਵੇਲੇਬਲ, ਕੋਈ ਨਹੀਂ ਕਹਿ ਸਕਦਾ ਕਿ ਜੀ ਕੈਨੇਡਾ 'ਚ ਜੋਬਸ ਅਵੇਲੇਬਲ ਨਹੀਂ ਹੈਗੀਆਂ ਜਾਂ ਕੁਛ ਵੀ, ਬਿਕੋਜ਼ ਯੂ ਆਰ ਨਾਟ ਮੇਕਿੰਗ ਦੈਟ ਮਚ ਐਫਰਟ, ਤਾਂ ਤੁਹਾਨੂੰ ਜੋਬਸ ਨਹੀਂ ਮਿਲ ਰਹੀਆਂ ਸਟੂਡੈਂਟਸ ਨੂੰ। ਤੁਸੀਂ ਆਪ ਸੋਚੋ, ਤੁਹਾਡੀ CGPA ਜਾਂ ਜਦੋਂ ਤੁਸੀਂ ਅਸਾਈਨਮੈਂਟਸ ਬਣਾਈਆਂ, ਤੁਸੀਂ ਕਿੰਨੀਆਂ ਚੀਟਿੰਗਸ ਕੀਤੀਆਂ ਨੇ, ਤੁਸੀਂ ਕਿਹਨਾਂ ਤੋਂ ਹੈਲਪ ਲਈ ਹੈ। ਜੇ ਤੁਸੀਂ ਖੁਦ ਰਿਸਰਚ ਕਰਕੇ ਬਣਾਈ ਹੁੰਦੀਆਂ ਅਸਾਈਨਮੈਂਟਸ, ਖੁਦ ਇਨ ਡੈਪਥ ਸਟੱਡੀ ਕੀਤੀ ਹੁੰਦੀ, ਨਾਟ ਜਸਟ ਫॉर ਦ ਸੇਕ ਆਫ ਪਾਸਿੰਗ ਦ ਕੋਰਸ ਬਟ ਫॉर ਦ ਸੇਕ ਆਫ ਗੇਨਿੰਗ ਦ ਨੌਲੇਜ, ਤੁਸੀਂ ਅੱਜ ਆਫ ਕੋਰਸ ਇੱਕ ਜੋਬ ਦੇ ਹੱਕਦਾਰ ਹੋਣਾ ਸੀਗਾ। ਸੋ ਇੱਥੋਂ ਸਟੂਡੈਂਟਸ ਨੂੰ ਮੇਰਾ ਦੱਸਣ ਦਾ ਇਹੀ ਮੋਟਿਵ ਹੈ ਕਿ ਤੁਸੀਂ ਜਿਹੜਾ ਸਭ ਤੋਂ ਪਹਿਲੇ ਆਪਣਾ ਫਸਟ ਸਟੈਪ ਲੈ ਰਹੇ ਹੋ ਆਫ ਚੂਜ਼ਿੰਗ ਦ ਕੋਰਸ, ਉਹ ਸਹੀ ਹੋਵੇ ਤੁਹਾਡਾ, ਉਹ 'ਚ ਵੀਜ਼ਾ ਸਕਸੈਸ ਵੀ ਆਵੇ। ਕੱਲ੍ਹ ਨੂੰ ਜਦੋਂ ਕੋਰਸ ਕੰਪਲੀਟ ਕਰਕੇ PR ਦੇ ਰਾਹ 'ਤੇ ਚੱਲਦੇ ਹੋ, ਤੁਹਾਨੂੰ ਜੋਬ ਵੀ ਸਹੀ ਮਿਲੇ, ਤਾਂ ਕਿ ਜਿਹੜਾ ਤੁਹਾਡਾ ਫਸਟ ਸਟੈਪ ਲਿਆ ਹੋਇਆ
ਤੁਹਾਨੂੰ ਹਮੇਸ਼ਾ ਕਦੇ ਵੀ ਰਿਗਰੈਟ ਨਾ ਹੋਵੇ ਕਿ ਮੈਂ ਉਹ ਚੀਜ਼ ਕਰਨਾ ਚਾਹੁੰਦਾ ਸੀ ਬਟ ਜਸਟ ਫॉर द ਸੇਕ ਆਫ ਵੀਜ਼ਾ ਮੈਨੂੰ ਆ ਰਾਹ ਚੁਣਨਾ ਪਿਆ ਐਂਡ ਆਈ ਵਾਸ ਨਾਟ ਇੰਟਰਸਟਿਡ ਇਨ ਦੈਟ ਕੋਰਸ ਜਾਂ ਪ੍ਰੋਗਰਾਮ। ਤੇ ਇਹੀ ਕਹਿੰਦੇ ਹੋਏ ਮੈਂ ਵੀਡੀਓ ਨੂੰ ਐਂਡ ਕਰੂੰਗਾ ਇੱਥੇ ਕਿ ਕੋਈ ਵੀ ਸਟੂਡੈਂਟ ਹੈ ਜਿਹੜੇ ਕਿ ਚਾਹੁੰਦੇ ਨੇ ਹੁਣ ਜਨਵਰੀ 2022 ਜਿਹੜੀ ਇਨਟੇਕ ਹੈ ਉਹ ਓਪਨ ਹੈ ਅਤੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਡਾ 10+2 ਦਾ ਜੇ ਰਿਜ਼ਲਟ ਜਾਂ ਆਇਲਸ ਦਾ ਰਿਜ਼ਲਟ ਅਵੇਟਡ ਹੈ ਬਿਕੋਜ਼ ਡਿਊ ਟੂ ਪੈਂਡੈਮਿਕ ਟਾਈਮ ਲੱਗ ਰਿਹਾ ਰਿਜ਼ਲਟਸ ਅੱਗੇ ਪਿੱਛੇ ਆ ਰਹੇ ਨੇ, ਅਤੇ ਤੁਸੀਂ ਕੰਡੀਸ਼ਨਲ ਆਫਰ ਲੈਟਰਸ ਵੀ ਅਪਲਾਈ ਕਰ ਸਕਦੇ ਹੋ ਥਰੂ ਅਸ ਆਲ ਓਵਰ ਦ ਕੈਨੇਡਾ ਕਿਸੇ ਵੀ ਕਾਲਜ ਯੂਨੀਵਰਸਿਟੀ ਵਿੱਚ। ਐਂਡ ਮੈਨੂੰ ਹੇਠ ਲਿਖੇ ਜਿਹੜਾ WhatsApp ਨੰਬਰ ਫਲੈਸ਼ ਹੋ ਰਿਹਾ ਵਾ ਉਹਦੇ 'ਤੇ WhatsApp ਮੈਸੇਜ ਕਰੋ, ਸਾਡੀ ਟੀਮ ਤੁਹਾਨੂੰ ਪ੍ਰੋਪਰ ਅਸੈਸਮੈਂਟ ਕਰਕੇ ਤੁਹਾਨੂੰ ਰਾਈਟ ਕੋਰਸਿਸ ਰਾਈਟ ਕਾਲਜਸ ਦੱਸੇਗੀ ਐਂਡ ਫਿਰ ਤੁਸੀਂ ਅਕੋਰਡਿੰਗਲੀ ਚੂਜ਼ ਕਰਕੇ ਇਨਰੋਲ ਕਰਕੇ ਆਪਣਾ ਜਿਹੜਾ ਸਟੱਡੀ ਵੀਜ਼ਾ ਦਾ ਪ੍ਰੋਸੈਸ ਹੈ ਸਾਡੇ ਥਰੂ ਸਟਾਰਟ ਕਰ ਸਕਦੇ ਹੋ। ਐਂਡ ਈਚ ਐਂਡ ਐਵਰੀ ਐਪਲੀਕੇਸ਼ਨ is taken care by the ICCRC team of our company। ਤੇ ਵੀਜ਼ਾ ਸਕਸੈਸ ਮੈਂ ਫਿਰ ਦੱਸੂੰਗਾ 2020 ਤੇ 2021 ਦੇ ਵਿੱਚ 100% ਸਾਡੀ ਕੰਪਨੀ ਨੇ ਵੀਜ਼ਾਸ ਲੈ ਕੇ ਦਿੱਤੇ ਨੇ ਈਦਰ ਇਨ SDS ਔਰ ਨੋਨ SDS ਕੈਟੇਗਰੀ। ਸੋ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰੋ ਜੇ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੈ ਤੁਹਾਡੇ ਸਟੱਡੀ ਵੀਜ਼ਾ ਦੇ ਰਿਗਾਰਡਿੰਗ। ਅਤੇ ਜਿਹੜੇ ਮੈਂ ਪੁਆਇੰਟਸ ਹਾਈਲਾਈਟ ਕੀਤੇ ਵੀਡੀਓ ਦੇ ਵਿੱਚ ਉਹਨਾਂ ਦਾ ਬਹੁਤ ਖਾਸ ਧਿਆਨ ਰੱਖਿਓ ਜੇ ਤੁਸੀਂ ਆਪਣੀ ਐਪਲੀਕੇਸ਼ਨ ਅਪਲਾਈ ਕਰਨ ਵਾਲੇ ਹੋ ਕਿਸੇ ਦੇ ਵੀ ਥਰੂ। ਸਾਰੀਆਂ ਚੀਜ਼ਾਂ ਨੂੰ ਖੁਦ ਵੈਰੀਫਾਈ ਕਰਿਓ ਬਿਕੋਜ਼ ਇੰਟਰਨੈਟ ਦਾ ਯੁੱਗ ਹੈ, ਇੰਟਰਨੈਟ 'ਤੇ ਐਵਰੀਥਿੰਗ ਇਜ਼ ਅਵੇਲੇਬਲ। ਸੋ ਵੈਰੀਫਾਈ ਕਰੋ ਐਂਡ ਦੈਨ ਟੇਕ ਯੂਰ ਸਟੈਪ। ਅਤੇ ਇਹੀ ਕਹਿੰਦੇ ਹੋਏ ਸਾਈਨਿੰਗ ਆਫ ਨਵਨੀਤ ਸਿੰਘ ਗਿੱਲ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ।